ਮੈਨੂੰ ਵੀ ਫੋਨ ਕਰਕੇ ਧਮਕੀ ਦਿੰਦੇ ਰਹੇ ਨੇ ਕਿ ਤੂੰ ਆਪਣਾ ਪਰਚਾ ਚੁੱਕ ਲੈ, ਚੰਗੀ ਰਹੇਂਗੀ ਨਹੀਂ ਤੇ ਤੈਨੂੰ ਅਸੀਂ ਜਾਨੋਂ ਮੁਕਾ ਦਾਂਗੇ, ਇੰਝ ਤੇਰੇ ਬੰਦੇ ਨੂੰ ਮਾਰ ਦਾਂਗੇ, ਜਾਂ ਤੇਰੇ ਨਾਲ ਜਿਹੜੇ ਤੁਰੇ ਅਸੀਂ ਉਹਨਾਂ ਨੂੰ ਮਾਰ ਦਾਂਗੇ। ਇੱਥੋਂ ਤੱਕ ਕਿ ਇਹਨਾਂ ਨੂੰ ਇਸ ਗੱਲ ਦਾ ਬਸ ਮਾਣ ਹੈ ਕਿ ਸਾਨੂੰ ਕਿਹੜਾ ਕਿਸੇ ਨੂੰ ਕੁਛ ਵਿਗਾੜ ਲੈਣਾ, ਸਾਡਾ ਕਿਹੜਾ ਕਿਸੇ ਨੂੰ ਕੁਛ ਕਰ ਲੈਣਾ। 5 ਮਹੀਨੇ ਹੋ ਗਏ ਨੇ, 5 ਮਹੀਨਿਆਂ 'ਚ ਇੱਕ ਇਹਨਾਂ ਨੂੰ ਮੁਲਜ਼ਮ ਨਹੀਂ ਗ੍ਰਿਫਤਾਰ ਕੀਤਾ। ਜਦੋਂ ਜਾਈਦਾ ਅੱਗੋਂ ਕਹਿੰਦੇ ਨੇ ਬਸ ਤੁਸੀਂ ਚਲੋ, ਅਸੀਂ ਤੁਹਾਡੇ ਮਗਰ ਹੀ ਆਏ, ਤੁਹਾਡੇ ਮਗਰ ਹੀ ਆਏ। ਉਹਨਾਂ ਦੀ ਵਜ੍ਹਾ ਇਹ ਹੈ ਕਿ ਜਿਹੜਾ ਆਕਲ ਸ਼ਾਹ ਹੈ ਨਾ, ਜਿਹੜਾ ਮੁਲਜ਼ਮ ਹੈ ਮੇਨ ਗੁੱਜਰ ਤੇ ਆਕਲ ਸ਼ਾਹ ਮੇਨ ਮੁਲਜ਼ਮ ਜਿਹੜਾ ਨਾ, ਉਹਦਾ ਨਾ DIG ਦਫ਼ਤਰ ਲੱਗਾ ਹੋਇਆ ਵਾ, ਲੀਡਰ ਭਰਾ ਉਹਦਾ ਲੀਡਰ ਆ। ਅੱਗੋਂ ਇਹਨਾਂ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਨੇ, ਕਹਿੰਦੇ ਨੇ ਕਿ ਤੂੰ ਗਿੱਲਾ ਹਟ ਜਾ ਇਹਦੇ ਨਾਲੋਂ, ਤੂੰ ਇਹ ਗੱਲ ਕਿ ਇਨਸਾਫ ਨਹੀਂ ਲੈ ਸਕਦਾ, ਤੂੰ ਅਸੀਂ ਤਾਕਤਵਰ ਆ, ਤੂੰ ਇਹ ਕਿ ਹਟ ਜਾ ਇਸ ਗੱਲ ਤੋਂ, ਪਰਚਾ ਆਪਣਾ ਚੁੱਕ ਲਾ ਨਾ ਤਾਂ ਅਸੀਂ ਤੈਨੂੰ ਬੜਾ ਜ਼ਲੀਲ ਕਰਾਂਗੇ। ਬਕਾਇਦਾ ਉਹਨਾਂ ਨੇ ਇਹਨਾਂ ਨੂੰ ਮਹੀਨਾ 1.5 ਮਹੀਨਾ 2 ਮਹੀਨੇ ਜ਼ਲੀਲ ਰੱਜ ਕੇ ਕੀਤਾ। 18 ਦਿਨ ਉਹ 4 ਦਰਿੰਦੇ ਜਦੋਂ ਤੇਰੇ ਜਿਸਮ ਨੂੰ ਨੋਚਦੇ ਸੀ, ਤੈਨੂੰ ਕੀ ਮਹਿਸੂਸ ਹੁੰਦਾ ਸੀ? ਤੂੰ ਕੀ ਚਾਹਨੀ ਸੀ ਕਿ ਮੈਂ ਇਹਦੇ ਨਾਲ ਕੀ ਕਰਾਂ? ਮਹਿਸੂਸ ਕੀ ਹੁੰਦਾ ਸੀ ਕਿ ਮੈਂ ਦਿਲ ਕਰਦਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂ, ਕਿਉਂਕਿ ਉਹਨਾਂ ਨੂੰ ਮੈਂ ਕੁਛ ਕਹਿ ਨਹੀਂ ਸਕਦੀ। ਦਿਲ ਤੇ ਇਹ ਕਰਦਾ ਸੀ ਕਿ ਮੈਂ ਮਰ ਜਾਵਾਂ, ਜਾਂ ਮੈਂ ਕੁਛ ਤੇ ਜਾਂ ਅਲੱਗ ਦੁਆ ਕਰ ਲਸਾਂ, ਜਾਂ ਮੈਨੂੰ ਮੌਤ ਤੇ ਜਾਂ ਮੇਰੇ ਤੋਂ ਜਾਨ ਛੁਡਾ ਦੇ ਮੇਰੀ। अल्लाह ने मेरी सुन ली, मेरी उसे जान रब ने छुड़ा दी थी। अस्सलाम वालेकुम नाज़रीन, नेशनल पॉइंट इसके साथ मैं हूं आपका मेज़बान उमर बलोच। नाज़रीन, आज थाना सफदराबाद की हदूद पिंड नवाकोट में मौजूद हूँ। शेखुपुरा भी करीब है, फरुखाबाद भी करीब है और ये बहुत बड़ा गाँव है। यहाँ पे जो वाक़या पेश आया है आपको वो बताने जा रहा हूँ। जो मेरे साथ इस टाइम बेटी मौजूद है, इसके साथ यहाँ पे वाक़या क्या पेश आया। 4 लोगों ने इसको अगवा किया और 18 दिन तक जिनसी ज़्यादती का निशाना बनाते रहे वो दरिंदे। दिन रात इसके साथ जना करते रहे और मना करने पर इसको जान से मारने की धमकियां देते रहे। ये वाकया पेश कैसे आया, इनसे जानेंगे, इनसे पूछेंगे कि आखिर वो दरिंदे कौन थे, क्यों आपको जो है वो ज्यादती का निशाना बनाते रहे और किस तरह आप उन तक पहुंची। अस्सलाम वालेकुम। वालेकुम सलाम। क्या नाम है आपका? नफीसा। नफीसा, कैसे वाकया पेश आया, आप कहाँ पे गई थी, उन तक कैसे पहुंची? ਅਸੀਂ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਤੇ ਡਾਕਟਰ ਦਾ ਮਕਾਨ ਸੀ ਸਾਡੇ ਘਰ ਦੇ ਨਾਲ ਹੀ। ਉਹਨੇ ਆਪਣੇ ਘਰ 'ਚ ਕਲੀਨਿਕ ਬਣਾ ਰੱਖਿਆ ਸੀ। ਮੈਂ ਸਵੇਰ 7:30 ਵਜੇ ਤਬੀਅਤ ਖਰਾਬ ਹੋਈ ਤੇ ਮੈਂ ਉਹਨੂੰ ਆਖਿਆ ਕਿ ਮੈਂ ਕਿਹਾ ਵੀ ਮੈਂ ਉਹਨਾਂ ਦੇ ਕਲੀਨਿਕ ਤੇ ਗਈ, ਮੈਂ ਡਾਕਟਰ ਸਾਹਿਬ ਮੇਰੀ ਤਬੀਅਤ ਬੜੀ ਖਰਾਬ। ਉਹਨੇ ਕਿਹਾ ਇੱਥੇ ਬਹਿ ਤੈਨੂੰ ਦਵਾਈ ਦਿੰਨੇ ਆ। ਦਵਾਈ ਡਾਕਟਰ ਦਾ ਸ਼ਬਾਜ਼ ਉਹਦਾ ਹਮਰਾ ਕੰਮ ਕਰਦਾ, ਡਾਕਟਰ ਕਮਰਲ ਜ਼ਮਾਨ ਦੇ। ਉਹਨੇ ਡਾਕਟਰ ਕਮਰਲ ਜ਼ਮਾਨ ਨੂੰ ਆਖਿਆ ਕਿ ਤੂੰ ਇਹਨੂੰ ਸ਼ਰਬਤ ਨਾਲ 2 ਗੋਲੀਆਂ ਦੇ ਦੇ। ਮੈਂ ਸ਼ਰਬਤ ਨਾਲ 2 ਗੋਲੀਆਂ ਮੈਂ ਖਾ ਲੀਆਂ ਤੇ ਥੋੜੀ ਦੇਰ ਬਾਅਦ ਮੈਨੂੰ ਬੇਹੋਸ਼ੀ ਤਾਰੀ ਹੋਣ ਲੱਗ ਪਈ। ਜਦੋਂ ਬੇਹੋਸ਼ੀ ਤਾਰੀ ਹੋ ਗਈ, ਉਹਨਾਂ ਨੇ ਮੋਟਰਸਾਈਕਲ ਤੇ ਬਿਠਾ ਕੇ ਜ਼ਬਰਦਸਤੀ ਤੇ ਸ਼ਾਹਕੋਟ ਦੀ ਤਰਫ ਲੈ ਗਏ। ਸ਼ਾਹਕੋਟ ਦੀ ਤਰਫ ਲੈ ਗਏ। ਅੱਗੋਂ ਯਾਸਿਨ ਗੁੱਜਰ, ਆਕਲ ਸ਼ਾਹ, ਇਹਨਾਂ ਨੇ ਆਪਣੇ ਮਕਾਨ ਤੇ ਲੈ ਕੇ ਗਏ ਨੇ। ਪਤਾ ਨਹੀਂ ਇਹਨਾਂ ਦਾ ਆਪਣਾ ਜ਼ਾਤੀ ਮਕਾਨ ਹੈ ਕਿ ਇਹਨਾਂ ਨੇ ਕਿਰਾਏ ਤੇ, ਇਸ ਗੱਲ ਦਾ ਨਹੀਂ ਮੈਨੂੰ ਪਤਾ। ਉੱਥੇ ਲੈ ਕੇ ਗਏ ਨੇ, ਉੱਥੇ ਕੋਈ ਵੀ ਨਹੀਂ ਸੀ ਹੈਗਾ, ਖਾਲੀ ਮਕਾਨ ਸੀ। ਉੱਥੇ ਲੈ ਕੇ ਗਏ ਨੇ, ਉੱਥੇ ਇਹਨਾਂ ਨੇ ਮੈਨੂੰ 18 ਦਿਨ ਆਪਣੇ ਹਿਰਾਸਤ ਵਿੱਚ ਰੱਖਿਆ। 18 ਦਿਨ ਜ਼ਬਰਦਸਤੀ ਜ਼ਨਾ ਤਸ਼ੱਦਦ ਮਾਰਦੇ। ਅੱਗੋਂ ਕਹਿੰਦੇ ਜੇ ਮੈਂ ਕਹਿਣਾ ਹੈ ਕਿ ਮੈਨੂੰ ਨਹੀਂ ਕਰਨਾ, ਮੈਂ ਚੱਲ ਜਾਂਗੀ, ਮੈਂ ਭੱਜ ਜਾਂਗੀ, ਤਾਂ ਅੱਗੋਂ ਮੈਨੂੰ ਆਕਲ ਸ਼ਾਹ ਤੇ ਗੁੱਜਰ ਮੈਨੂੰ ਮਾਰਦੇ। ਕਹਿੰਦੇ ਸੀ ਕਿ ਪਿਸਤੌਲ ਦੀ ਨੋਕ ਤੇ ਕਰਦੇ, ਕਹਿੰਦੇ ਕਿ ਤੈਨੂੰ ਅਸੀਂ ਗੋਲੀ ਮਾਰ ਦਾਂਗੇ ਜੋ ਸਾਨੂੰ ਤੂੰ ਅੱਗੋਂ ਜ਼ਬਾਨਦਾਜ਼ੀ ਵੀ ਕੀਤੀ। ਤੇ 18 ਦਿਨ ਮੈਂ ਉੱਥੇ ਬੜੀ ਮੁਸ਼ਕਿਲ ਦੇ ਨਾਲ ਗੁਜ਼ਾਰੇ। ਉਹ ਮੈਨੂੰ ਪਤਾ, ਜੇ ਮੇਰੇ ਅੱਲਾ ਨੂੰ ਪਤਾ ਸੀ, ਮੈਂ ਉੱਥੇ 18 ਦਿਨ ਗੁਜ਼ਾਰੇ। ਉੱਥੋਂ 18 ਦਿਨਾਂ ਬਾਅਦ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਸਵੇਰ ਫਜਰ ਦੀ 1 ਘੰਟਾ ਅਜ਼ਾਨਾਂ ਤੋਂ ਪਹਿਲੇ ਨਾ ਬੜੀ ਮੁਸ਼ਕਿਲ ਆਪਣੀ ਜਾਨ ਬਚਾ ਕੇ ਉੱਥੋਂ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਅੱਲਾ ਦਾ ਸ਼ੁਕਰ ਮੈਂ ਉੱਥੇ ਕਾਮਯਾਬ ਹੋ ਗਈ ਨਿਕਲਣ ਦੇ ਵਿੱਚ। ਉੱਥੋਂ ਮੈਂ ਜਦੋਂ ਨਿਕਲੀ ਹਾਂ, ਉੱਥੇ ਮੈਂ ਚੱਲਦੇ ਆਪਣੇ ਗਾँव ਪਹੁੰਚੀ ਹਾਂ। ਇੱਥੇ ਆਣ ਕੇ ਮੈਂ ਆਪਣੇ ਬੰਦੇ ਨੂੰ, ਆਪਣੇ ਸ਼ੋਹਰ ਨੂੰ ਤੇ ਚਾਚੇ ਨੂੰ ਨਾ ਕਹਾਣੀ ਸਾਰੀ ਦੱਸੀ। ਜਦੋਂ ਉਹਨਾਂ ਮੈਨੂੰ ਸਾਰੀ ਕਹਾਣੀ ਦੱਸੀ, ਚਾਚੇ ਨੇ ਆਖਿਆ ਕਿ ਤੂੰ ਪੁੱਤ ਪਰੇਸ਼ਾਨ ਨਾ ਹੋ, ਅਸੀਂ ਤੈਨੂੰ ਸਾਫ਼ ਦਿਲਾਵਾਂਗੇ, ਤੂੰ ਪਰੇਸ਼ਾਨ, ਤੈਨੂੰ ਜ਼ਿਆਦਤੀ ਹੋਈ। ਉਹਨਾਂ ਦਾ ਜਿਹੜਾ ਗੈਂਗ ਗਰੁੱਪ ਬਣਿਆ ਪਿਆ ਨਾ, ਅਸੀਂ ਉਹਨੂੰ ਸਜ਼ਾ ਦਿਲਾਵਾਂਗੇ। ਮੈਂ ਕਿਹਾ ਠੀਕ। ਅਸੀਂ ਪੁਲਿਸ ਸਟੇਸ਼ਨ ਜਾਂਦੇ, ਅੱਗੋਂ ਧੱਕੇ ਦਿੰਦੇ ਨੇ, ਕਹਿੰਦੇ ਨੇ ਜਾਓ ਜਗ੍ਹਾ, ਤੁਹਾਡਾ ਇੱਥੇ ਕੀ ਕੰਮ ਹੈ। ਇਹ ਬੀਬੀ ਤੋਂ ਆਪਣੀ ਮਰਜ਼ੀ ਨਾਲ ਗਈ, ਬੀਬੀ ਤੋਂ ਇੰਝ। ਅੱਗੋਂ ਇਲਜ਼ਾਮ ਲਾਉਂਦੇ ਨੇ, ਬਜਾਏ ਸੁਣਨ ਦੀ ਅੱਗੋਂ ਇਲਜ਼ਾਮ ਲਾਉਂਦੇ ਨੇ ਸਾਡੇ 'ਤੇ। ਅਸੀਂ ਸੈਸ਼ਨ ਕੋਰਟ ਦਰਖਾਸਤ ਦਿੱਤੀ, ਸੈਸ਼ਨ ਕੋਰਟ ਆਰਡਰ ਹੋਏ, ਹਾਈ ਕੋਰਟ ਆਰਡਰ ਹੋਏ, ਫਿਰ ਜਾ ਕੇ ਸਾਡੀ ਇਹਨਾਂ ਨੇ FIR ਕੱਟੀ। 5 ਮਹੀਨੇ ਹੋ ਗਏ ਨੇ, 5 ਮਹੀਨਿਆਂ 'ਚ ਇੱਕ ਇਹਨਾਂ ਨੂੰ ਮੁਲਜ਼ਮ ਨਹੀਂ ਗ੍ਰਿਫਤਾਰ ਕੀਤਾ। ਜਦੋਂ ਜਾਈਦਾ ਅੱਗੋਂ ਕਹਿੰਦੇ ਨੇ ਬਸ ਤੁਸੀਂ ਚਲੋ, ਅਸੀਂ ਤੁਹਾਡੇ ਮਗਰ ਹੀ ਆਏ, ਤੁਹਾਡੇ ਮਗਰ ਹੀ ਆਏ। ਉਹਨਾਂ ਦੀ ਵਜ੍ਹਾ ਇਹ ਹੈ ਕਿ ਜਿਹੜਾ ਆਕਲ ਸ਼ਾਹ ਹੈ ਨਾ, ਜਿਹੜਾ ਮੁਲਜ਼ਮ ਹੈ ਮੇਨ ਗੁੱਜਰ ਤੇ ਆਕਲ ਸ਼ਾਹ ਮੇਨ ਮੁਲਜ਼ਮ ਜਿਹੜਾ ਨਾ, ਉਹਦਾ ਨਾ DIG ਦਫ਼ਤਰ ਲੱਗਾ ਹੋਇਆ ਵਾ, ਲੀਡਰ ਭਰਾ ਉਹਦਾ ਲੀਡਰ ਆ, DIG ਦਾ लीडर। DIG का जो लीडर है वो पुष्ट पनाही कर रहा है अपने भाइयों की कि तुम लोग गाँव में गंद फैलाओ, मैं तो DIG के साथ ही होता हूँ, बल्कि इनके साथ सोता हूँ, तो मैं यहाँ से जो है वो आप लोगों को प्रोटेक्ट करूंगा। तुम लोग वहाँ पे माओ बहनों की इज्जतों को पामाल करो, तुम वहाँ पे औरतों के घर उजाड़ो,
तुम वहां पे गरीबों के घर जाओ, उनके घर आग लगा दो। डीआईजी साहब है ना मेरे साथ, मैं यहाँ से कॉल करूंगा, पूरे थाने को वक्त डाल दूंगा, फिर क्या हुआ नफीसा? ਜਿਹੜਾ ਡੀਆਈਜੀ ਦਫ਼ਤਰ ਲੱਗਾ ਨਾ ਤੇ ਇਹ ਕਿਹੜਾ ਇਹਦਾ ਭਰਾ ਜਿਹੜਾ ਮੇਰਾ ਮੁਲਜ਼ਮ ਜਿਹੜਾ ਮੇਨ ਮੁਲਜ਼ਮ ਨੇ ਉਹਨਾਂ ਦੇ ਜਿਹੜੇ ਇੱਥੇ ਸ਼ਾਹਕੋਟ ਨੇ ਸਿਟੀ ਥਾਣੇ ਵਿੱਚ ਨਾ ਆਤਫ ਸ਼ਾਹ ਲੱਗਾ ਹੋਇਆ ਦਾ ਭਰਾ ਹੈ। ਉਹਨਾਂ ਬਸ ਉਹਨਾਂ ਨੇ ਇਹ ਇਸ ਗੱਲ ਦਾ ਨਾਜ਼ ਹੈ ਕਿ ਸਾਡੇ ਭਰਾਵਾਂ ਨੇ ਮੈਨੂੰ ਕਿਹੜਾ ਕਿਤੇ ਫਸਣ ਦੇਣਾ ਜਾਂ ਮੇਰੇ ਕਿਹੜਾ ਕਿਸੇ ਨੇ ਮੇਰਾ ਕੁਝ ਵਿਗਾੜਨਾ। ਜਦੋਂ ਮੈਂ ਇਹਨਾਂ ਨੂੰ ਆ ਕੇ ਦੱਸਿਆ ਇਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਤੇਰੀ ਮਦਦ ਕਰਨਾ। ਜਦੋਂ ਇਹਨਾਂ ਨੇ ਮੇਰੀ ਮਦਦ ਵਾਸਤੇ ਤੁਰਦੇ ਨੇ ਇਹਨਾਂ ਨੇ ਪਤਾ ਕੀ ਕੀਤਾ, ਆਕਲ ਸ਼ਾਹ ਨੇ ਗੁੱਜਰ ਕਿਡਨੈਪ ਕਰਵਾ ਕੇ ਇਹਨਾਂ ਤੇ ਜਿਹੜੇ ਮਦਦ ਨਾਲ ਮੇਰੇ ਤੁਰਦੇ ਪਏ ਨਾ ਉਹਨਾਂ ਤੇ उल्टा पर्चा करवाता। अच्छा नाज़रीन, यहाँ पे हुआ ये कि इस बीबी के लिए जो निकले हैं बाहर कि बहन हम तुम्हें इंसाफ दिलाएंगे, तो वो जो बासर मुलजमान है उन्होंने अपना ही एक बंदा अगवा करवाया और इन पे अगवा बराए तावान का पर्चा करवा दिया कि अगर तुम लोग इनकी पुश्तपनाही करोगे, अगर तुम इस बेटी को इंसाफ दिलाने के लिए थाने में चक्कर लगाओगे, FIR के लिए बार बार चक्कर लगाओगे, अदालत में जाओगे, तो हम तुम पे पर्चा कटवा के तुम्हें भी अंदर करवा देंगे। फिर नफीसा ਅੱਗੋਂ ਇਹਨਾਂ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਨੇ, ਕਹਿੰਦੇ ਨੇ ਕਿ ਤੂੰ ਗਿੱਲਾ ਹਟ ਜਾ ਇਹਦੇ ਨਾਲੋਂ, ਤੂੰ ਇਹ ਗੱਲ ਕਿ ਇਨਸਾਫ ਨਹੀਂ ਲੈ ਸਕਦਾ, ਤੂੰ ਅਹੀ ਤਾਕਤਵਰ ਆ, ਤੂੰ ਹੈਗਾ ਕਿ ਹਟ ਜਾ ਇਸ ਗੱਲ ਤੋਂ, ਪਰਚਾ ਆਪਣਾ ਚੁੱਕ ਲਾ ਨਾ ਤਾਂ ਅਸੀਂ ਤੈਨੂੰ ਬੜਾ ਜ਼ਲੀਲ ਕਰਾਂਗੇ। ਬਕਾਇਦਾ ਉਹਨਾਂ ਨੇ ਇਹਨਾਂ ਨੂੰ ਮਹੀਨਾ 2 ਮਹੀਨੇ ਜ਼ਲੀਲ ਰੱਜ ਕੇ ਕੀਤਾ, ਸਿਰਫ ਇਸ ਗੱਲ ਦੀ ਬਾਤ ਕਿ ਇਸ ਜਿਹੜਾ ਸਾਡੇ ਵਾਲਾ ਪਰਚਾ ਨੇ ਇਸ ਗੱਲ ਤੇ ਪੈਰਵਾਈ ਨਾ ਕਰਨ। ਇਹ ਸਾਡੇ ਇੱਧਰ ਹੀ ਸ਼ਾਹਕੋਟ ਦੀ ਤਰਫ ਆਉਂਦੇ ਰਹਿਣ, ਸ਼ਾਹਕੋਟ ਦੀ ਤਰਫ ਭੱਜੇ ਰਹਿਣ, ਜਦੋਂ ਵੀ ਰਾਤ ਵੀ ਦਿਨ ਵੀ ਇਹਨਾਂ ਨੇ ਗਏ ਨੇ ਸਾਡਾ ਬੰਦਾ ਅਗਵਾ ਕਰ ਲਿਆ। ਮੈਨੂੰ ਵੀ ਫੋਨ ਕਰਕੇ ਧਮਕੀ ਦਿੰਦੇ ਰਹੇ ਨੇ ਕਿ ਤੂੰ ਆਪਣਾ ਪਰਚਾ ਚੁੱਕ ਲੈ, ਚੰਗੀ ਰਹੇਂਗੀ ਨਹੀਂ ਤੇ ਤੈਨੂੰ ਅਸੀਂ ਜਾਨੋਂ ਮੁਕਾ ਦਾਂਗੇ, ਇੰਝ ਤੇਰੇ ਬੰਦੇ ਨੂੰ ਮਾਰ ਦਾਂਗੇ, ਜਾਂ ਤੇਰੇ ਨਾਲ ਜਿਹੜੇ ਤੁਰੇ ਅਸੀਂ ਉਹਨਾਂ ਨੂੰ ਮਾਰ ਦਾਂਗੇ। ਇੱਥੇ ਤੱਕ ਕਿ ਇਹਨਾਂ ਨੂੰ ਇਸ ਗੱਲ ਦਾ ਬਸ ਮਾਣ ਹੈ ਕਿ ਸਾਨੂੰ ਕਿਹੜਾ ਕਿਸੇ ਨੂੰ ਕੁਝ ਵਿਗਾੜ ਲੈਣਾ, ਸਾਡਾ ਕਿਹੜਾ ਕਿਸੇ ਨੂੰ ਕੁਝ ਕਰ ਲੈਣਾ। अच्छा नफीसा, बड़ी ज्यादती हुई है तेरे नाल, ज़ाहिर है तू साडी भैन है, बेटी है। 18 दिन और 4 दरिंदे ਜਦੋਂ ਤੇਰੇ ਜਿਸਮ ਨੂੰ ਨੋਚਦੇ ਸੀ ਤੈਨੂੰ ਕੀ ਮਹਿਸੂਸ ਹੁੰਦਾ ਸੀ? ਤੂੰ ਕੀ ਚਾਹਨੀ ਸੀ ਕਿ ਮੈਂ ਇਹਦੇ ਨਾਲ ਕੀ ਕਰਾਂ? ਮਹਿਸੂਸ ਕੀ ਹੁੰਦਾ ਸੀ ਕਿ ਮੈਂ ਦਿਲ ਕਰਦਾ ਹੈ ਕਿ ਮੈਂ ਖੁਦਕੁਸ਼ੀ ਕਰ ਲਵਾਂ, ਕਿਉਂਕਿ ਉਹਨਾਂ ਨੂੰ ਤਾਂ ਮੈਂ ਕੁਝ ਕਹਿ ਨਹੀਂ ਸਕਦੀ। ਦਿਲ ਤੇ ਇਹ ਕਰਦਾ ਹੈ ਕਿ ਮੈਂ ਮਰ ਜਾਵਾਂ ਜਾਂ ਮੈਂ ਕੁਝ ਤੋਂ ਜਾਂ ਅਲੱਗ ਦੁਆ ਕਰ ਲਸਾਂ ਜਾਂ ਮੈਨੂੰ ਮੌਤ ਤੇ ਜਾਂ ਮੇਰੇ ਤੋਂ ਜਾਨ ਛੁਡਾ ਦੇ ਮੇਰੀ। ਤਾਂ ਅੱਲਾ ਨੇ ਮੇਰੀ ਸੁਣ ਲਈ, ਮੇਰੀ ਉਹ ਜਾਨ ਰੱਬ ਨੇ छुड़ा दी थी। नाज़रीन 18 दिन वो दरिंदे इसके साथ जना करते रहे। ये भी पाकिस्तान की बेटी है, कौम की बेटी है, इसके लिए कोई औरत बाहर नहीं आएगी। जो फेमिनिस्ट करती हैं, जो औरतों के हकूक़ के बोर्ड उठा के बाहर निकलती हैं, वो बेशर्म औरतें अब इसके लिए बाहर नहीं आएंगी। इनकी आवाज़ हम ही बनेंगे इंशाल्लाह और इनको इंसाफ भी दिलाएंगे। और ये अवाम की बेटी है, ये पूरे पाकिस्तान की बेटी है, पूरी कौम की बेटी है। आप इनको इंसाफ दिलाएंगे ताकि इनका एतबार इस कौम से ना उठे, क्योंकि इदारे तो बेहिसी की नींद सो रहे हैं। ASI नवाज है जो थाना सफदराबाद में तफ्शीशी है, नाजरीन वो तो कॉल भी नहीं हमारी उठा रहा और सुनने में आया कितना एरोगेंट है कि वो इनकी बात भी नहीं सुन रहा। पैसे मांग रहे हैं इन गरीबों से कि पैसे लगाएं, और पैसे ये लगा भी दे तो फिर भी एक्शन नहीं होगा, क्योंकि वो बड़े बासर मुलजमान है, DIG तक उनकी पहुंच है। यहाँ पे थाने सिटी में भी उसका एक मुलजमान का भाई भी लगा हुआ है। नफीसा आप क्या चाहती हो तुम? ਮੈਂ ਇਹ ਚਾਹੁੰਦੀ ਹਾਂ ਕਿ ਉਹਨਾਂ ਮੁਲਜ਼ਮਾਂ ਜਿਹੜੀ ਤਾਕਤ ਆ ਉਹਨਾਂ ਦੀ ਖਤਮ ਹੋ ਜਾਵੇ, ਉਹਨੂੰ ਫੜ ਕੇ ਛੇਤੀ ਤੋਂ ਛੇਤੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹਨੂੰ ਆਵੇਂ ਨਸਲ ਨੂੰ ਯਾਦ ਰਵੇ, ਕਿਸੇ ਦੀ ਧੀ ਭੈਣ ਦੀ ਹੋ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਕਰ ਸਕਣ। नाज़रीन इस बहन की छोटी सी डिमांड है, ये ज़्यादा कुछ नहीं मांग रही, सिर्फ इंसाफ मांग रही है और मेरे ख्याल से इंसाफ तो मिलना चाहिए। 18 दिन अगर किसी की इज्जत को पामाल करो, उसके बाद वो औरत आके, इसके 2 बच्चे भी हैं, एक बेटा और एक बेटी, छोटे छोटे 2 मासूम बच्चे भी हैं, इसके शोहर की 700 रुपया दिहाड़ी है और ये घर भी किराए का है। वो बेचारा बिल्कुल सफ़ेद पोश इंसान है, वो तो सामने भी नहीं आया कि मैं किस मुंह से सामने आऊँ, क्यों सामने आऊँ। नाज़रीन ये इनकी दर्द भरी दुख भरी कहानी है जो इन्होंने आपके आगे रखी है। बेसिकली यहाँ पे आने का मकसद यही है कि ये आपकी, ये इसकी फूल जैसी बेटी है। नाज़रीन 18 दिन तक इसके जो बच्चे हैं यहाँ पे बिलखते रहे हैं माँ के बगैर। इतना बड़ा इन पे जुल्म ढाया गया। DPO शेखुपुरा साहब, आप ही थोड़े से होश के नाखून ले लें, कोई स्टेप ले लें, आपकी मेहरबानी, आप हमारे ऑफिसर हैं, हमारे लिए काबिल एहतराम है, तो आप थोड़ा बजाते खुद इस चीज़ का नोटिस लें और थोड़ी सी अपने इदारों को शर्म दिलाएं। जो DSP साहब है, जो SHO साहब है, सारे जो भी जितने भी ऑफिसर हैं जो आंखों पे पट्टी बांध के बैठे हुए, इस बहन के अंदर अपनी बहन ढूंढें, इस बहन के अंदर अपनी बेटी देखें, तब आपके ज़मीर को झंझोड़ा जाएगा कि ये तो मेरी बेटी के साथ अगर ऐसे होता तो मैं तो पूरा थाना मुअत्तल कर देता, मैं तो सबको हिला के रख देता। इनको इंसाफ दिलाइएगा नाजरीन। इसी के साथ अपने मेज़बान को दीजिए इजाज़त। आपसे मुलाकात होगी अगले प्रोग्राम में। अल्लाह हाफिज़।